ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਹੋ ਤੁਸੀਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਕੈਨੇਡਾ ਵਾਸੀਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਦੇ ਸਮੇਂ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਕਿੰਨੀ ਤੇ ਕਦੋਂ ਤੱਕ ਮਿਲੇਗੀ, ਕਿਹੜੀ ਮਦਦ, ਇਸ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਇੰਟਰਨੈਸ਼ਨਲ ਯਾਤਰੀ ਕੈਨੇਡਾ ਵਿੱਚ ਕੋਵਿਡ-19 ਦੇ ਟੀਕੇ ਲੱਗੇ ਹੋਣ ਦੀ ਜਾਲੀ ਰਿਪੋਰਟ ਦੇ ਨਾਲ ਪਹੁੰਚੇ ਤਾਂ ਕਰੀਬ $40,000 ਦਾ 2 ਜਣਿਆਂ ਨੂੰ ਫਾਈਨ। ਕੈਨੇਡਾ ਵਿੱਚ ਕੋਵਿਡ-19 ਦੀ ਚੌਥੀ ਲਹਿਰ ਆਉਣ ਦਾ ਜ਼ਿਕਰ, ਸਿਹਤ ਅਧਿਕਾਰੀ ਥੈਰੇਸਾ ਟੈਮ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਕੀਤੇ ਐਲਾਨ ਦੇ ਬਾਰੇ ਦੱਸਾਂਗੇ। ਓਨਟਾਰੀਓ ਵਿੱਚ ਬੇਰੀ ਦੇ ਵਿੱਚ ਦੱਖਣ ਵੱਲ ਹੋਇਆ ਅੱਜ ਦੁਪਹਿਰ ਵੱਡਾ ਧਮਾਕਾ, ਖਬਰਾਂ ਵਿੱਚ ਦੇਵਾਂਗੇ ਪੂਰੀ ਜਾਣਕਾਰੀ। ਮੈਟਰੋ ਵੈਨਕੂਵਰ ਵਿੱਚ ਇੱਕ ਵਾਰ ਫਿਰ ਤੋਂ ਉੱਪਰਲੀ ਮੰਜ਼ਲ ਤੋਂ ਬੱਚਾ ਹੇਠਾਂ ਡਿੱਗਣ ਦਾ ਮਾਮਲਾ ਆਇਆ ਸਾਹਮਣੇ। ਬਰੈਂਪਟਨ ਵਿੱਚ ਚੋਰੀ ਦੀ ਗੱਡੀ ਦੇ ਨਾਲ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਨ ਵਾਲੇ ਵਿਅਕਤੀ ਨੂੰ ਲੱਭ ਰਹੀ ਹੈ ਪੁਲਿਸ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੋਵਿਡ-19 ਦੀ ਮਹਾਮਾਰੀ ਦੌਰਾਨ ਕੈਨੇਡਾ ਸਰਕਾਰ ਦੇ ਵੱਲੋਂ ਕੈਨੇਡਾ ਵਾਸੀਆਂ ਨੂੰ ਕੈਨੇਡਾ ਵਿੱਚ ਹੀ ਨਹੀਂ ਸਗੋਂ ਕੈਨੇਡਾ ਤੋਂ ਬਾਹਰਲੇ ਮੁਲਕਾਂ ਵਿੱਚ ਵੀ ਜੋ ਮੌਜੂਦ ਸਨ ਉਸ ਸਮੇਂ ਵਿੱਤੀ ਮਦਦ ਮੁਹੱਈਆ ਕਰਵਾਈ ਗਈ। ਵੱਖੋ ਵੱਖਰੇ ਪੱਧਰ ਦੇ ਉੱਤੇ ਵੱਖੋ ਵੱਖਰੇ ਪ੍ਰੋਗਰਾਮਸ ਦੇ ਤਹਿਤ ਇਹ ਵਿੱਤੀ ਮਦਦ ਦਿੱਤੀ ਗਈ, ਜਿਸ ਦੇ ਵਿੱਚ ਆਮ ਕੈਨੇਡਾ ਵਾਸੀਆਂ ਤੋਂ ਲੈ ਕੇ ਵਪਾਰੀਆਂ ਤੱਕ ਨੂੰ ਮਦਦ ਮਿਲੀ, ਜਿਸ ਦੇ ਵਿੱਚ ਕਿਰਾਏ ਵਿੱਚ ਮਦਦ ਤੇ ਨਾਲ ਹੀ ਤਨਖਾਹਾਂ ਵਿੱਚ ਮਦਦ ਤੇ ਨਾਲ ਹੀ ਹੋਰ ਪਰਿਵਾਰਾਂ ਨੂੰ ਮਦਦ, ਜਿਵੇਂ ਕਿ $2,000 ਤੱਕ ਦੀ ਜੋ ਵਿੱਤੀ ਮਦਦ ਦਿੱਤੀ ਜਾ ਰਹੀ ਸੀ। ਤੇ ਉਸੇ ਨੂੰ ਲੈ ਕੇ ਜੋ ਹੁਣ ਇਸ ਸਮੇਂ ਪ੍ਰੋਗਰਾਮ ਚੱਲ ਰਹੇ ਨੇ, ਵੇਜ ਸਬਸਿਡੀ ਪ੍ਰੋਗਰਾਮ, ਰੈਂਟ ਸਬਸਿਡੀ ਪ੍ਰੋਗਰਾਮ, ਇਸ ਦੇ ਨਾਲ ਹੀ ਜੋ $300 ਤੱਕ ਦੀ ਮਦਦ ਇਸ ਸਮੇਂ ਦਿੱਤੀ ਜਾ ਰਹੀ ਹੈ, ਫਿਰ ਚਾਹੇ ਉਹ ਰਿਕਵਰੀ ਬੈਨੀਫਿਟ ਹੋਵੇ ਜਾਂ ਸਿਕਨੈਸ ਬੈਨੀਫਿਟ ਹੋਵੇ, ਉਸ ਨੂੰ ਲੈ ਕੇ ਉਸ ਮਦਦ ਦੇ ਵਿੱਚ ਇੱਕ ਹੋਰ ਮਹੀਨੇ ਦਾ ਵਾਧਾ ਕੀਤਾ ਜਾ ਰਿਹਾ ਹੈ। 4 ਹਫ਼ਤੇ ਵਾਸਤੇ ਇਸ ਮਦਦ ਨੂੰ ਹੋਰ ਜ਼ਿਆਦਾ ਵਧਾਇਆ ਜਾਵੇਗਾ, ਇਸ ਦਾ ਐਲਾਨ ਕੀਤਾ ਗਿਆ ਹੈ। ਹੁਣ 23 ਅਕਤੂਬਰ ਤੱਕ ਇਸ ਨੂੰ ਮਦਦ ਨੂੰ ਲਿਆ ਜਾ ਸਕਦਾ ਹੈ, ਜਿਸ ਦੇ ਉੱਤੇ ਇਸ ਸਮੇਂ ਜੋ ਅੰਦਾਜ਼ਨ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ $3.3 ਬਿਲੀਅਨ ਤੱਕ ਹੋਰ ਜ਼ਿਆਦਾ ਇਸ ਵਿੱਤੀ ਮਦਦ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਜਿਸ ਦੇ ਨਾਲ ਕੈਨੇਡਾ ਵਾਸੀਆਂ ਨੂੰ ਇਹ ਸਹੂਲਤ ਹੈ ਉਹ ਦਿੱਤੀ ਜਾਵੇਗੀ। ਵੇਜ ਸਬਸਿਡੀ ਪ੍ਰੋਗਰਾਮ ਉਹਨਾਂ ਦੇ ਵਾਸਤੇ ਜੋ ਕੰਮ ਉੱਤੇ ਜਾਂਦੇ ਨੇ, ਵਪਾਰੀਆਂ ਨੂੰ ਮਦਦ ਦਿੱਤੀ ਜਾਂਦੀ ਹੈ ਕਿ ਕੁਝ ਫੀਸਦ ਤੱਕ ਜਿਹੜੀ ਤਨਖਾਹ ਹੈ ਉਸ ਦੇ ਵਿੱਚ ਸਰਕਾਰ ਦੇ ਵੱਲੋਂ ਹਿੱਸਾ ਪਾਇਆ ਜਾਂਦਾ ਹੈ ਤਾਂ ਕਿ ਕਾਮਿਆਂ ਨੂੰ ਕੰਮ ਦੇ ਉੱਤੇ ਰੱਖਿਆ ਜਾਵੇ। ਉਹਨਾਂ ਦੇ ਵੱਲੋਂ ਕੋਵਿਡ-19 ਦੇ ਕਰਕੇ ਜੋ ਵਪਾਰਾਂ ਨੂੰ ਘਾਟਾ ਪਿਆ ਉਸ ਦੇ ਕਰਕੇ ਕਾਮਿਆਂ ਨੂੰ ਨਾ ਹਟਾਇਆ ਜਾਵੇ। ਰੈਂਟ ਸਬਸਿਡੀ ਪ੍ਰੋਗਰਾਮ, ਜਿਸ ਤਹਿਤ ਜਿਹੜੀ ਥਾਂ ਦੇ ਉੱਤੇ ਵਪਾਰ ਹੈਗੇ ਨੇ, ਮੌਜੂਦ ਨੇ, ਉਹਨਾਂ ਥਾਵਾਂ ਦੇ ਵਾਸਤੇ ਸਿੱਧੀ ਮਦਦ ਉਸ ਵਪਾਰ ਦੇ ਮਾਲਕ ਨੂੰ ਕਿਰਾਏ ਦੇ ਵਿੱਚ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਨੂੰ ਲੈ ਕੇ ਜੋ ਇਸ ਸਮੇਂ ਕੈਨੇਡਾ ਸਰਕਾਰ ਨੇ ਐਲਾਨ ਕੀਤਾ, ਇਸ ਮਦਦ ਦੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਵਾਧਾ ਕਰ ਦਿੱਤਾ ਗਿਆ ਹੈ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਾਂਗੇ। ਟਰੈਵਲ ਨੂੰ ਲੈ ਕੇ ਤਾਜ਼ਾ ਐਲਾਨ ਕੀਤੇ ਗਏ, ਜਿਸ ਤਹਿਤ ਛੋਟ ਦੇਣ ਦਾ ਖਾਸ ਤੌਰ ਤੇ ਐਲਾਨ ਜੁਲਾਈ 5 ਨੂੰ ਹੋਇਆ ਕਿ ਉਹ ਇੰਟਰਨੈਸ਼ਨਲ ਯਾਤਰੀ ਜਿਨ੍ਹਾਂ ਦੇ ਕੋਵਿਡ-19 ਦੇ ਟੀਕੇ ਲੱਗੇ ਹੋਣਗੇ, ਫੁੱਲੀ ਵੈਕਸੀਨੇਟਡ ਜਿਨ੍ਹਾਂ ਨੂੰ ਮੰਨਿਆ ਜਾਵੇਗਾ, ਉਹਨਾਂ ਨੂੰ ਕੁਆਰੰਟੀਨ ਤੋਂ ਛੋਟ ਮਿਲ ਸਕਦੀ ਹੈ। ਤਾਂ ਉਸੇ ਸਮੇਂ ਤੋਂ ਕੁਝ ਮਾਮਲੇ ਸਾਹਮਣੇ ਆਉਣ ਲੱਗੇ, ਜਿਸ ਦੇ ਵਿੱਚ ਜਾਲੀ ਸਬੂਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਯਾਤਰੀਆਂ ਦੇ ਕੋਵਿਡ-19 ਦੇ ਟੀਕੇ ਲੱਗੇ ਹੋਏ ਨੇ ਤਾਂ ਕਿ ਉਹ ਕੁਆਰੰਟੀਨ ਤੋਂ ਬਚ ਸਕਣ। ਤੇ ਇਸੇ ਨੂੰ ਲੈ ਕੇ ਇੱਕ ਉਦਾਹਰਣ ਦਿੰਦੇ ਹੋਏ ਸਿਹਤ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ। ਟੋਰਾਂਟੋ ਦੇ 에ਅਰਪੋਰਟ ਦੇ ਉੱਤੇ ਅਮਰੀਕਾ ਤੋਂ 2 ਯਾਤਰੀ ਪਹੁੰਚੇ, ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਤਾਂ ਦਿਖਾਇਆ, ਪਰ ਉਹ ਸਬੂਤ ਜਾਲੀ ਸੀ। ਇਸ ਦੇ ਨਾਲ ਹੀ ਕੋਵਿਡ-19 ਦਾ ਟੈਸਟ ਕੈਨੇਡਾ ਆਉਣ ਤੋਂ ਪਹਿਲਾਂ ਕਰਵਾਇਆ ਗਿਆ, ਇਸ ਗੱਲ ਦਾ ਵੀ ਉਹਨਾਂ ਨੇ ਝੂਠ ਬੋਲਿਆ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਹੈ ਕਿ ਇਹਨਾਂ ਦੋਵੇਂ ਇੰਟਰਨੈਸ਼ਨਲ ਟਰੈਵਲਰਸ ਦੇ ਵੱਲੋਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਮੰਨਿਆ ਨਹੀਂ ਗਿਆ ਤੇ ਨਾਲ ਹੀ ਜਾਲੀ ਕਾਗਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਜਦੋਂ ਕੈਨੇਡਾ ਪਹੁੰਚੇ ਤਾਂ ਹੋਟਲ 'ਚ ਕੁਆਰੰਟੀਨ ਕੀਤੇ ਜਾਣ ਤੋਂ ਵੀ ਇਨਕਾਰ ਕਰ ਦਿੱਤਾ ਇਹਨਾਂ ਨੇ, ਤੇ ਕੈਨੇਡਾ ਵਿੱਚ ਜਿਹੜਾ ਕੋਵਿਡ-19 ਦਾ ਟੈਸਟ ਹੁੰਦਾ ਹੈ ਉਹ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਇਸ ਦੇ ਬਾਰੇ ਏਜੰਸੀ ਨੇ ਜਾਣਕਾਰੀ ਜਾਰੀ ਕੀਤੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਵਿੱਚੋਂ ਹਰ ਇੱਕ ਯਾਤਰੀ ਨੂੰ $19,720 ਦਾ ਫਾਈਨ ਲਗਾਇਆ ਗਿਆ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਿਵੇਂ ਕਿ ਕੈਨੇਡਾ ਦੇ ਵਿੱਚ ਕੁਆਰੰਟੀਨ ਸੰਬੰਧੀ ਹਦਾਇਤਾਂ 'ਚ ਢਿੱਲ ਜੁਲਾਈ 5 ਤੋਂ ਦਿੱਤੀ ਗਈ ਕਿ ਜਿਨ੍ਹਾਂ ਨੇ ਦੋਵੇਂ ਟੀਕੇ ਲਗਵਾਏ ਹੋਏ ਨੇ ਕੋਵਿਡ-19 ਦੇ, ਉਹਨਾਂ ਨੂੰ ਕੁਆਰੰਟੀਨ ਦੀ ਲੋੜ ਨਹੀਂ ਪਵੇਗੀ। ਤਾਂ ਉਸ ਤੋਂ ਬਾਅਦ ਅਰਾਈਵ ਕੈਨ ਐਪਲੀਕੇਸ਼ਨ ਵਿੱਚ ਕੈਨੇਡਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਸ ਦੇ ਬਾਰੇ ਡਾਕੂਮੈਂਟ ਵੀ ਜਮ੍ਹਾਂ ਕਰਵਾਏ ਜਾਣ ਦੇ ਵਾਸਤੇ ਕਿਹਾ ਜਾ ਰਿਹਾ ਹੈ, ਜਿਸ ਦੇ ਬਾਰੇ ਜਾਣਕਾਰੀ ਉਸ ਐਪਲੀਕੇਸ਼ਨ ਦੇ ਵਿੱਚ ਭਰਨੀ ਹੈ। ਪਰ ਇਸ ਦੇ ਨਾਲ ਹੀ ਹੁਣ ਕੁਝ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ, ਜਿਸ ਦੇ ਵਿੱਚ ਯਾਤਰੀਆਂ ਦੇ ਵੱਲੋਂ ਇਹ ਕਿਹਾ ਤਾਂ ਗਿਆ ਕਿ ਉਹਨਾਂ ਨੇ ਕੋਵਿਡ-19 ਦੇ ਟੀਕੇ ਲਗਵਾਏ ਨੇ ਤੇ ਉਹ ਫੁੱਲੀ ਵੈਕਸੀਨੇਟਡ ਨੇ,
ਪਰ ਉਸ ਤੋਂ ਬਾਅਦ ਉਹਨਾਂ ਦੇ ਕੋਲ ਜਿਹੜੇ ਕਾਗਜ਼ ਨੇ ਉਹ ਜਾਲੀ ਪਾਏ ਗਏ, ਜੋ ਸਬੂਤ ਉਹਨਾਂ ਦੇ ਵੱਲੋਂ ਦਿਖਾਇਆ ਗਿਆ ਟੀਕਾ ਲੱਗੇ ਹੋਣ ਦਾ। ਅਜਿਹਾ ਇੱਕ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਇਸ ਦੀ ਉਦਾਹਰਣ ਸਿਹਤ ਏਜੰਸੀ ਨੇ ਇਸ ਕਰਕੇ ਸਾਰਿਆਂ ਨੂੰ ਦਿੱਤੀ ਹੈ ਕਿ ਜੇਕਰ ਕਿਸੇ ਦੇ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਮੋਟੇ ਫਾਈਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਇਹਨਾਂ ਦੋਵੇਂ ਯਾਤਰੀਆਂ ਨੂੰ ਕਰੀਬ $40,000 ਤੱਕ ਦਾ ਫਾਈਨ ਹੋਇਆ ਹੈ, ਜਿਸ ਦੇ ਵਿੱਚ ਏਜੰਸੀ ਨੇ ਕਿਹਾ ਕਿ ਜੇਕਰ ਹਦਾਇਤਾਂ ਨੂੰ ਨਹੀਂ ਮੰਨਿਆ ਜਾਂਦਾ ਤਾਂ ਉਸ ਦੇ ਵਾਸਤੇ ਹਰ ਇੱਕ ਹਦਾਇਤ ਦੀ ਉਲੰਘਣਾ ਕਰਨ ਦੇ ਲਈ $5,000 ਤੱਕ ਦਾ ਫਾਈਨ, ਕਿਸੇ ਦੇ ਵੱਲੋਂ ਗੰਭੀਰ ਰੂਪ ਵਿੱਚ ਹਦਾਇਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ 6 ਮਹੀਨੇ ਤੱਕ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ, $7.5 ਲੱਖ ਤੱਕ ਦਾ ਫਾਈਨ ਵੀ ਹੋ ਸਕਦਾ ਹੈ। ਜਿਵੇਂ ਕਿ ਹੁਣ ਅਗਲੀਆਂ ਤਰੀਕਾਂ ਤੋਂ ਹੋਰ ਜ਼ਿਆਦਾ ਟਰੈਵਲ ਨੂੰ ਲੈ ਕੇ ਛੋਟ ਦਿੱਤੀ ਜਾ ਰਹੀ ਹੈ। ਅਮਰੀਕਾ ਤੋਂ ਆਉਣ ਵਾਲਿਆਂ ਨੂੰ ਅਗਸਤ 9 ਤੋਂ ਛੋਟ ਮਿਲ ਜਾਵੇਗੀ, ਤਾਂ ਹੋਰ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਸਤੰਬਰ 7 ਤੋਂ ਛੋਟ ਮਿਲ ਜਾਵੇਗੀ। ਤਾਂ ਨਾਲ ਹੀ ਕੈਨੇਡਾ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜਿਹਾ ਕੋਈ ਵੀ ਕਦਮ ਚੁੱਕਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿ ਕਿਸੇ ਦੇ ਵੱਲੋਂ ਕੋਈ ਜਾਲੀ ਸਬੂਤ ਬਣਾਇਆ ਜਾਵੇ ਕਿ ਕੋਵਿਡ-19 ਦਾ ਟੀਕਾ ਉਹਨਾਂ ਦੇ ਲੱਗਿਆ ਹੋਇਆ, ਜਾਂ ਫਿਰ ਕੋਵਿਡ-19 ਦੀ ਟੈਸਟ ਰਿਪੋਰਟ ਨੂੰ ਲੈ ਕੇ ਕੋਈ ਜਾਲੀ ਦਸਤਾਵੇਜ਼ ਨਾ ਦਿਖਾਇਆ ਜਾਵੇ, ਜਿਸ ਕਰਕੇ ਕਾਫੀ ਮੋਟੇ ਫਾਈਨ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਅਜਿਹਾ ਕੀਤਾ ਜਾਵੇਗਾ। ਤੇ ਨਾਲ ਹੀ ਹਦਾਇਤਾਂ ਦੀ ਗੰਭੀਰ ਰੂਪ ਵਿੱਚ ਉਲੰਘਣਾ ਕੀਤੇ ਜਾਣ ਦੇ ਉੱਤੇ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਅਗਲੀ ਖਬਰ ਹੈ ਕਿ ਕੈਨੇਡਾ ਵਿੱਚ ਸਿਹਤ ਅਧਿਕਾਰੀ ਦੇ ਵੱਲੋਂ ਜੋ ਥੈਰੇਸਾ ਟੈਮ ਨੇ ਇੱਕ ਰਿਲੀਜ਼ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਚੌਥੀ ਲਹਿਰ ਕੋਵਿਡ-19 ਦੀ ਆ ਸਕਦੀ ਹੈ। ਡੈਲਟਾ ਵੇਰੀਐਂਟ ਜੋ ਕਾਫੀ ਜ਼ਿਆਦਾ ਫੈਲਿਆ ਤੇ ਉਸ ਨੂੰ ਲੈ ਕੇ ਜੋ ਮਾਮਲੇ ਵੀ ਸਾਹਮਣੇ ਆ ਰਹੇ ਨੇ, ਕੋਵਿਡ-19 ਦੇ ਮਾਮਲੇ ਜਿੱਥੇ ਇੱਕ ਪਾਸੇ ਕੈਨੇਡਾ ਭਰ ਵਿੱਚ ਵੱਖ-ਵੱਖਰੀਆਂ ਥਾਵਾਂ ਦੇ ਉੱਤੇ ਕਾਫੀ ਘੱਟ ਗਿਣਤੀ ਵਿੱਚ ਸਾਹਮਣੇ ਆਉਣ ਲੱਗੇ ਸਨ, ਹੁਣ ਮੁੜ ਤੋਂ ਇਹ ਗਿਣਤੀ ਵਧਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਨੂੰ ਲੈ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਤੱਕ ਹੋ ਸਕਦਾ ਹੈ ਕਿ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਜਾਵੇ, ਜਿਸ ਤੋਂ ਬਾਅਦ ਅਜਿਹੇ ਫੈਸਲੇ ਲਏ ਜਾ ਸਕਦੇ ਨੇ ਕਿ ਜੋ ਹਦਾਇਤਾਂ ਵਿੱਚ ਢਿੱਲ ਦਿੱਤੀ ਗਈ ਉਸ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ ਕਿ ਮੁੜ ਤੋਂ ਪਾਬੰਦੀਆਂ ਲੱਗ ਸਕਦੀਆਂ ਨੇ, ਜਿਸ ਦੀ ਉਦਾਹਰਣ ਇਹ ਦੇਖਣ ਨੂੰ ਵੀ ਮਿਲੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਓਕਾਨਾਗਨ ਜੋ ਖੇਤਰ ਹੈ ਉਸ ਖੇਤਰ ਦੇ ਵਿੱਚ ਮਾਸਕ ਦੁਬਾਰਾ ਤੋਂ ਲਾਜ਼ਮੀ ਕਰ ਦਿੱਤੇ ਗਏ, ਕਿਉਂਕਿ ਕੋਵਿਡ-19 ਦੇ ਮਾਮਲੇ ਉੱਥੇ ਜ਼ਿਆਦਾ ਗਿਣਤੀ ਵਿੱਚ ਸਾਹਮਣੇ ਆਉਣ ਲੱਗੇ। ਤਾਂ ਇਸੇ ਨਾਲ ਹੀ ਦੂਜੇ ਪਾਸੇ ਇੱਕ ਹੋਰ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕੈਨੇਡਾ ਭਰ ਵਿੱਚ ਹੁਣ ਇਹ ਟੀਚਾ ਮਿਥਿਆ ਜਾ ਰਿਹਾ ਹੈ ਕਿ ਜਿੰਨੇ ਵੀ ਕੈਨੇਡਾ ਵਾਸੀਆਂ ਦੇ ਵੱਲੋਂ ਟੀਕੇ ਨਹੀਂ ਲਗਵਾਏ ਗਏ ਕੋਵਿਡ-19 ਦੇ, ਉਹ ਹੁਣ ਟੀਕੇ ਲਗਵਾ ਲੈਣ। ਇਸ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਜਿਸ ਨੂੰ ਲੈ ਕੇ ਵੱਖ-ਵੱਖਰੀਆਂ ਰਿਪੋਰਟਸ ਪੇਸ਼ ਕੀਤੀਆਂ ਜਾ ਰਹੀਆਂ ਨੇ। ਉਹਨਾਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਵਿਡ-19 ਦੇ ਟੀਕੇ ਜਿਨ੍ਹਾਂ ਨੇ ਲਗਵਾਏ ਨਹੀਂ, ਉਹਨਾਂ ਦੇ ਵਿੱਚ ਹੀ ਇਹ ਮਾਮਲੇ ਹੁਣ ਜ਼ਿਆਦਾ ਗਿਣਤੀ ਵਿੱਚ ਸਾਹਮਣੇ ਆ ਰਹੇ ਨੇ। ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਲਗਵਾ ਲਏ ਨੇ, ਉਹਨਾਂ ਦੇ ਵਿੱਚ ਹੁਣ ਤੱਕ ਸਿਰਫ ਜਿੰਨੇ ਵੀ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਨੇ, ਉਹਨਾਂ ਵਿੱਚੋਂ 5% ਵਿਅਕਤੀ ਹੀ ਮੌਜੂਦ ਸਨ ਜਿਨ੍ਹਾਂ ਨੂੰ ਮੁੜ ਤੋਂ ਕੋਵਿਡ-19 ਹੋਇਆ ਟੀਕੇ ਲਗਵਾਉਣ ਤੋਂ ਬਾਅਦ। ਬਾਕੀ ਦੇ ਅਜਿਹੇ ਵਿਅਕਤੀ ਨੇ ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ, ਜਿਸ ਦੇ ਕਰਕੇ ਨੁਕਸਾਨ ਹੋ ਰਿਹਾ ਹੈ। ਇਸ ਦਾ ਜ਼ਿਕਰ ਕੀਤਾ ਗਿਆ ਇੱਥੋਂ ਤੱਕ ਕਿ ਐਲਬਰਟਾ ਦੇ ਵਿੱਚ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਉੱਥੇ 100% ਤੱਕ ਹਸਪਤਾਲ ਦੇ ਵਿੱਚ ਕੋਵਿਡ-19 ਦੇ ਕਰਕੇ ਉਹ ਮਰੀਜ਼ ਭਰਤੀ ਨੇ ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਨਹੀਂ ਲਗਵਾਏ। ਇਸ ਦੌਰਾਨ ਪ੍ਰਸ਼ਾਸਨ ਦੇ ਵੱਲੋਂ, ਅਧਿਕਾਰੀਆਂ ਦੇ ਵੱਲੋਂ ਵੱਖੋ-ਵੱਖਰੇ ਤਰੀਕੇ ਵੀ ਅਪਣਾਏ ਜਾ ਰਹੇ ਨੇ, ਵਿਗਿਆਪਨ ਵੀ ਦਿੱਤੇ ਜਾ ਰਹੇ ਨੇ। ਇਸ ਦੇ ਨਾਲ ਹੀ ਲੋਟਰੀ ਸਿਸਟਮ ਤੇ ਨਾਲ ਹੀ ਹੋਰ ਲਾਲਚ ਵੀ ਦਿੱਤੇ ਜਾ ਰਹੇ ਨੇ ਤਾਂ ਕਿ ਕੈਨੇਡਾ ਵਾਸੀ ਜਿਹੜੇ ਕਿ ਕੋਵਿਡ-19 ਦੇ ਟੀਕੇ ਲਗਵਾਉਣ ਤੋਂ ਇਨਕਾਰ ਕਰ ਰਹੇ ਨੇ ਉਹ ਲਗਵਾ ਲੈਣ, ਕਿਉਂਕਿ ਕੋਵਿਡ-19 ਦਾ ਟੀਕਾ ਲਗਵਾਉਣਾ ਲਾਜ਼ਮੀ ਨਹੀਂ ਕੀਤਾ ਗਿਆ। ਤੇ ਇਸ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਸੀ ਕਿ ਉਹ ਇਸ ਸਮੇਂ ਇਸ ਗੱਲ ਦੇ ਉੱਤੇ ਵਿਚਾਰ ਨਹੀਂ ਕਰ ਰਹੇ ਕਿ ਕਿਤੇ ਕੋਵਿਡ-19 ਦਾ ਟੀਕਾ ਲਾਜ਼ਮੀ ਕਰ ਦਿੱਤਾ ਜਾਵੇ, ਜਿਸ ਕਰਕੇ ਇਹ ਹਰ ਇੱਕ ਦੀ ਆਪਣੀ ਚੋਣ ਹੈ ਕਿ ਉਹ ਟੀਕਾ ਲਗਵਾਉਣਾ ਚਾਹੁੰਦੇ ਨੇ ਜਾਂ ਨਹੀਂ। ਤੇ ਇਸ ਦੌਰਾਨ ਹੁਣ ਇਹ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਆਪਣੇ ਆਪ ਲੋਕ ਆਉਣ ਤੇ ਨਾਲ ਹੀ ਕੋਵਿਡ-19 ਦੇ ਟੀਕੇ ਉਹਨਾਂ ਦੇ ਵੱਲੋਂ ਜਿੰਨੇ ਹੋ ਸਕਦੇ ਨੇ ਲਗਵਾ ਲਏ ਜਾਣ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਾਂਗੇ। ਅਗਲੀ ਖਬਰ ਉਸੇ ਥਾਂ ਤੋਂ ਹੈ ਜਿੱਥੇ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਓਨਟਾਰੀਓ ਵਿੱਚ ਬੇਰੀ ਖੇਤਰ ਹੈ ਜਿੱਥੇ ਕਿ ਇੱਕ ਭਿਆਨਕ ਤੂਫਾਨ ਆਇਆ ਸੀ ਤੇ ਕਰੀਬ 11 ਘਰਾਂ ਦੇ ਪਰਖੱਚੇ ਹੀ ਉੱਡ ਗਏ ਸਨ, ਕਾਫੀ ਨੁਕਸਾਨ ਹੋ ਗਿਆ ਸੀ। ਤੇ ਉਸ ਤੋਂ ਬਾਅਦ ਹੁਣ ਉਸੇ ਥਾਂ ਤੋਂ ਬੇਰੀ ਦੇ ਦੱਖਣੀ ਹਿੱਸੇ ਦੇ ਵੱਲ ਇੱਕ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਅੱਜ ਇੱਕ ਧਮਾਕਾ ਹੋਇਆ ਹੈ। ਅੱਜ ਦੁਪਹਿਰ 2 ਵਜੇ ਦਾ ਮਾਮਲਾ ਹੈ, ਜਿੱਥੋਂ ਕਿ ਪ੍ਰੋਪੇਨ ਸਪਲਾਈ ਕੀਤੀ ਜਾਂਦੀ ਹੈ। ਉਹ ਥਾਂ ਹੈ ਜਿੱਥੇ ਕਿ ਧਮਾਕਾ ਹੋਇਆ, ਜਿਸ ਤੋਂ ਬਾਅਦ ਉਸ ਖੇਤਰ ਦੇ ਚੁਫੇਰੇ 1 ਕਿਲੋਮੀਟਰ ਤੱਕ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ। ਪੁਲਿਸ ਅਧਿਕਾਰੀਆਂ ਦੀਆਂ ਵੱਡੀ ਗਿਣਤੀ ਵਿੱਚ ਗੱਡੀਆਂ ਮੌਕੇ ਦੇ ਉੱਤੇ ਪਹੁੰਚੀਆਂ
ਤੇ ਜਿਸ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਤਾਂ ਪਾ ਲਿਆ ਗਿਆ ਸਮਾਂ ਰਹਿੰਦਿਆਂ, ਜਿਸ ਦੇ ਕਰਕੇ ਜ਼ਿਆਦਾ ਨੁਕਸਾਨ ਨਹੀਂ ਹੋਇਆ। ਪਰ ਉਸ ਸਮੇਂ ਡਰ ਇਹ ਪੈ ਗਿਆ ਸੀ ਕਿਉਂਕਿ ਉਹ ਥਾਂ ਹੈ ਜਿੱਥੇ ਤੋਂ ਪ੍ਰੋਪੇਨ ਨੂੰ ਅੱਗੇ ਸਪਲਾਈ ਕੀਤਾ ਜਾਂਦਾ ਹੈ, ਤਾਂ ਉੱਥੇ 30,000 ਦੇ ਕਰੀਬ ਗੈਲਨ ਮੌਜੂਦ ਸਨ ਪ੍ਰੋਪੇਨ ਦੇ, ਜਿਸ ਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਜੇ ਅੱਗ ਫੈਲ ਜਾਂਦੀ। ਪਰ ਸਮਾਂ ਰਹਿੰਦਿਆਂ ਇਸ ਦੇ ਉੱਤੇ ਕਾਬੂ ਪਾ ਲਿਆ ਗਿਆ। ਪਰ ਜਦੋਂ ਇਹ ਧਮਾਕਾ ਹੋਇਆ ਤਾਂ ਆਲੇ ਦੁਆਲੇ ਲੋਕਾਂ ਦੇ ਵਿੱਚ ਕਾਫੀ ਡਰ ਪਾਇਆ ਗਿਆ, ਉਹ ਕਾਫੀ ਸਹਿਮ ਗਏ ਸਨ, ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਚੇਤਾਵਨੀ ਵੀ ਖੇਤਰ ਦੇ ਵਿੱਚ ਦੇ ਦਿੱਤੀ ਗਈ ਸੀ। ਪਰ ਹੁਣ ਉੱਥੇ ਮਾਹੌਲ ਖਤਰੇ ਤੋਂ ਬਾਹਰ ਹੈ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਬਰੈਂਪਟਨ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੀਲ ਪੁਲਿਸ ਤੋਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ 30 ਜੁਲਾਈ ਨੂੰ ਸਵੇਰੇ 1 ਵਜੇ ਦਾ ਸਮਾਂ ਸੀ ਜਦੋਂ ਕਾਉਂਟੀ ਕੋਰਟ ਬੁਲੇਵਾਰਡ ਦੇ ਉੱਤੇ ਸਿਟੀ ਆਫ ਬਰੈਂਪਟਨ ਦੇ ਵਿੱਚ ਇੱਕ ਚੋਰੀ ਕੀਤੀ ਗਈ ਗੱਡੀ ਦੇ ਨਾਲ ਡਰਾਈਵਰ ਨੇ ਪੁਲਿਸ ਦੀ ਕਰੂਜ਼ਰ ਨੂੰ ਟੱਕਰ ਮਾਰ ਦਿੱਤੀ। ਗ੍ਰੇ ਰੰਗ ਦੀ 2012 ਹੋਂਡਾ ਸਿਵਿਕ ਗੱਡੀ ਸੀ, ਜਿਸ ਦੀ ਕਿ ਤਸਵੀਰ ਵੀ ਪੁਲਿਸ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ। ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਸਨ ਤਾਂ ਉਹਨਾਂ ਨੂੰ ਉਹ ਵਾਹਨ ਤਾਂ ਮਿਲ ਗਿਆ ਜਿਸ ਦੇ ਨਾਲ ਟੱਕਰ ਮਾਰੀ ਗਈ ਸੀ, ਪਰ ਉਸ ਦੇ ਵਿੱਚ ਜੋ ਡਰਾਈਵਰ ਸੀ ਉਹ ਫਰਾਰ ਹੋ ਗਿਆ, ਜਿਸ ਨੂੰ ਲੱਭਣ ਦੇ ਵਾਸਤੇ ਸਹਿਯੋਗ ਮੰਗਿਆ ਗਿਆ ਹੈ। ਤੇ ਪੁਲਿਸ ਨੇ ਕਿਹਾ ਕਿ ਡੈਰੀ ਰੋਡ ਦੇ ਉੱਤੇ ਸਵੇਰੇ 1 ਵਜੇ ਤੋਂ ਸਵੇਰ ਦੇ 3 ਵਜੇ ਦੇ ਦਰਮਿਆਨ ਜੇਕਰ ਕਿਸੇ ਕੋਲ ਵੀ ਡੈਸ਼ ਕੈਮ ਫੁਟੇਜ ਹੋਵੇ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪੀਲ ਪੁਲਿਸ ਨਾਲ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਹੁਣ ਅਗਲੀ ਖਬਰ ਹੈ ਜੋ ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਜਾਣਕਾਰੀ ਜਾਰੀ ਕੀਤੀ ਹੈ, ਉਹ ਤੁਹਾਨੂੰ ਦੱਸਦੇ ਹਾਂ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ ਜੋ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਹੈ। ਜਿਹੜੇ ਸਟੂਡੈਂਟ ਇਸ ਸਮੇਂ ਭਾਰਤ ਵਿੱਚ ਮੌਜੂਦ ਨੇ ਤੇ ਉਹਨਾਂ ਨੇ ਸਟੱਡੀ ਪਰਮਿਟ ਦੇ ਵਾਸਤੇ ਅਪਲਾਈ ਕੀਤਾ ਹੋਇਆ ਜਾਂ ਆਪਣੇ ਵੀਜ਼ਾ ਦੇ ਵਾਸਤੇ ਅਪਲਾਈ ਕੀਤਾ ਹੋਇਆ, ਉਹਨਾਂ ਦੇ ਵਾਸਤੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਕਿ ਜੁਲਾਈ 30 ਤੋਂ ਵੀਜ਼ਾ ਐਪਲੀਕੇਸ਼ਨ ਸੈਂਟਰ ਭਾਰਤ ਭਰ ਵਿੱਚ ਖੁੱਲ੍ਹ ਰਹੇ ਨੇ ਬਾਇਓਮੈਟ੍ਰਿਕ ਸਰਵਿਸ ਦੇ ਲਈ, ਜੋ ਸਿਰਫ ਸਟੂਡੈਂਟਸ ਲਈ ਹੋਵੇਗੀ ਜਿਨ੍ਹਾਂ ਨੇ ਅਰਜ਼ੀਆਂ ਲਾਈਆਂ ਹੋਈਆਂ ਨੇ। ਬਾਇਓਮੈਟ੍ਰਿਕ ਸਰਵਿਸ ਪਹਿਲਾਂ ਵੀ ਚੱਲ ਰਹੀ ਹੈ, ਪਰ ਜੁਲਾਈ 30 ਤੋਂ ਤੇਜ਼ੀ ਨਾਲ ਜ਼ਿਆਦਾ ਗਿਣਤੀ ਵਿੱਚ ਸਟੂਡੈਂਟਸ ਦੇ ਬਾਇਓਮੈਟ੍ਰਿਕ ਹੋਣਗੇ, ਜਿਸ ਦੇ ਲਈ ਹੁਣੇ ਤੋਂ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਬਾਇਓਮੈਟ੍ਰਿਕ ਦੇ ਲਈ ਅਪਾਇੰਟਮੈਂਟ ਬੁੱਕ ਕੀਤੀ ਹੋਈ ਹੈ, ਜੇਕਰ ਉਹਨਾਂ ਨੇ ਛੇਤੀ ਦੇ ਨਾਲ ਬਾਇਓਮੈਟ੍ਰਿਕ ਹੁਣ ਕਰਵਾਉਣੇ ਨੇ ਤਾਂ ਪਹਿਲਾਂ ਵਾਲੀ ਅਪਾਇੰਟਮੈਂਟ ਕੈਂਸਲ ਕਰਨੀ ਪਵੇਗੀ ਤੇ ਅਪਾਇੰਟਮੈਂਟ ਮੈਨੇਜਮੈਂਟ ਸਿਸਟਮ ਦੇ ਰਾਹੀਂ ਕਿਊ 'ਚ ਬੁਕਿੰਗ ਕੀਤੀ ਜਾ ਸਕਦੀ ਹੈ, ਜਿਸ ਦੇ ਨਾਲ ਛੇਤੀ ਦੀ ਤਰੀਕ ਮਿਲ ਜਾਵੇਗੀ। ਇਹ ਸਰਵਿਸ ਪਹਿਲ ਦੇ ਆਧਾਰ ਦੇ ਉੱਤੇ ਸਟੱਡੀ ਪਰਮਿਟ ਵਾਲਿਆਂ ਦੇ ਲਈ ਹੀ ਹੈ। ਜੇਕਰ ਕਿਸੇ ਹੋਰ ਵੱਲੋਂ ਇਸ ਦੇ ਰਾਹੀਂ ਬੁਕਿੰਗ ਕੀਤੀ ਜਾਂਦੀ ਹੈ, ਯਾਨੀ ਕਿ ਸਟੂਡੈਂਟ ਤੋਂ ਇਲਾਵਾ ਕਿਸੇ ਹੋਰ ਵੀਜ਼ਾ ਦੇ ਵਾਸਤੇ ਕਿਸੇ ਨੇ ਅਪਲਾਈ ਕਰਨਾ ਹੈ ਤਾਂ ਉਹਨਾਂ ਦੇ ਵੱਲੋਂ ਬੁਕਿੰਗ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਅਪਾਇੰਟਮੈਂਟ ਨੂੰ ਰੱਦ ਕਰ ਦਿੱਤਾ ਜਾਵੇਗਾ। ਇਸ ਦੇ ਬਾਰੇ VFS ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਹੀ AMS ਯਾਨੀ ਕਿ ਅਪਾਇੰਟਮੈਂਟ ਮੈਨੇਜਮੈਂਟ ਸਿਸਟਮ, ਜਿਸ ਦੇ ਰਾਹੀਂ ਇਹ ਅਪਾਇੰਟਮੈਂਟ ਬੁੱਕ ਹੋਣੀ ਹੈ, ਉਸ ਦਾ ਲਿੰਕ ਉਹਨਾਂ ਨੇ ਸਾਂਝਾ ਕੀਤਾ ਹੈ, ਜੋ ਅਸੀਂ ਕਮੈਂਟ ਬਾਕਸ ਦੇ ਵਿੱਚ ਵੀ ਸਾਂਝਾ ਕਰ ਰਹੇ ਹਾਂ। ਦਰਅਸਲ ਵਿਦਿਆਰਥੀਆਂ ਦੀ ਪੜ੍ਹਾਈ ਛੇਤੀ ਹੀ ਸ਼ੁਰੂ ਹੋਣ ਵਾਲੀ ਹੈ ਤਾਂ ਉਸ ਦੇ ਮੱਦੇਨਜ਼ਰ ਛੇਤੀ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਇਸ ਸਮੇਂ ਸਰਵਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ, ਜਿਸ ਦੇ ਵਾਸਤੇ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ ਤੇ ਇਸੇ ਦੇ ਬਾਰੇ ਇਸ ਸਮੇਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਐਲਾਨ ਕਿਸੇ ਹੋਰ ਵਾਸਤੇ ਨਹੀਂ ਹੈ, ਸਿਰਫ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਹੈ ਤਾਂ ਕਿ ਛੇਤੀ ਨਾਲ ਉਹਨਾਂ ਦੇ ਬਾਇਓਮੈਟ੍ਰਿਕ ਹੋ ਸਕਣ, ਤਾਂ ਛੇਤੀ ਨਾਲ ਉਹਨਾਂ ਨੂੰ ਵੀਜ਼ਾ ਮਿਲ ਸਕੇ ਤੇ ਉਹ ਆਪਣੀ ਪੜ੍ਹਾਈ ਸ਼ੁਰੂ ਕਰ ਸਕਣ। ਹੁਣ ਰੁਖ ਅਗਲੀ ਖਬਰ ਦੇ ਵੱਲ। ਪੀਲ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਪੰਜਾਬੀ ਨੌਜਵਾਨ ਹੈ, 22 ਸਾਲ ਉਸ ਦੀ ਉਮਰ ਸੀ। ਬਰੈਂਪਟਨ ਤੋਂ ਹਰਦੀਪ ਸਿੰਘ ਉਸ ਨੌਜਵਾਨ ਦਾ ਨਾਮ ਦੱਸਿਆ ਗਿਆ ਜਿਸ ਦੀ ਗ੍ਰਿਫਤਾਰੀ ਕੀਤੀ ਗਈ ਹੈ। ਪੀਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾ ਹਰਦੀਪ ਸਿੰਘ ਨਾਮਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਨੂੰ ਫਰਵਰੀ 3, 2021 ਨੂੰ ਸਵੇਰੇ 2 ਵਜੇ ਦਾ ਸਮਾਂ ਸੀ ਜਦੋਂ ਮਿਸੀਸਾਗਾ ਵਿੱਚ ਰਹਿਣ ਵਾਲੇ ਇੱਕ 20 ਸਾਲਾ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ। ਉਸ ਨੌਜਵਾਨ ਦੇ ਵੱਲੋਂ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਮਾਰਨਿੰਗ ਸਟਾਰ ਡਰਾਈਵ ਤੇ ਇਹ ਵਾਪਰਿਆ ਮਿਸੀਸਾਗਾ ਦੇ ਵਿੱਚ, ਜਿਸ ਦੇ ਬਾਰੇ ਲੰਮੇ ਸਮੇਂ ਤੋਂ ਪੁਲਿਸ ਅਧਿਕਾਰੀ ਜਾਂਚ ਕਰ ਰਹੇ ਸਨ ਤੇ ਫਿਰ ਉਹਨਾਂ ਨੇ ਹੁਣ ਹਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਉੱਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਇਆ ਹੈ। ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੁਲਾਈ 30 ਦੇ ਦਿਨ ਯਾਨੀ ਕਿ ਅੱਜ ਹੀ ਸ਼ੁੱਕਰਵਾਰ ਨੂੰ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਬਰੈਂਪਟਨ ਦੇ ਅੰਦਰ ਉਸ ਨੂੰ ਪੇਸ਼ ਕੀਤਾ ਗਿਆ। ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਟੀਮ ਦੇ ਵੱਲੋਂ ਹਜੇ ਵੀ ਇਸ ਮਾਮਲੇ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕਿਸੇ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 453 2121 ਦੇ ਉੱਤੇ ਪੀਲ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਨੇ ਆਪਣੀ ਪਛਾਣ ਨਾ ਦੱਸਦੇ ਹੋਏ ਜਾਣਕਾਰੀ ਦੇਣੀ ਹੈ ਤਾਂ ਪੀਲ ਕ੍ਰਾਈਮ ਸਟਾਪਰਸ ਦੇ ਨਾਲ 18002228 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਅੱਜ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਪ੍ਰਨੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।